कबीर जी। ओए जो दिसै अंबर तारे, किन ओए चीते चीतन हारे। कहो रे पंडित अंबर का स्यों लागा, बूझै बूझनहार सपागा। रहाओ सूरज चंद करें उजियारा, सब में पसरिया ब्रह्म पसारा। कहो कबीर जानेगा सोए, हृदय राम मुख रामै होए। वाहिगुरु जी का खालसा, वाहिगुरु जी की फतेह। गुरु सवारी साध संगत जीओ, जिन्हां वਡਭਾਗੀ ਪ੍ਰਾਣੀਆਂ ਨੇ ਵਾਹਿਗੁਰੂ ਦੀ ਹਸਤੀ ਨੂੰ ਹਾਜ਼ਰ ਨਾਜ਼ਰ ਜ਼ਾਹਰ ਜ਼ਹੂਰ ਤੱਕਿਆ ਹੈ, ਉਹ ਲੋਕਾਂ ਦੇ ਭਰਮ ਭੁਲੇਖੇ ਦੂਰ ਕਰਦੇ ਹਨ। ਪਰ ਉਹ ਵਿਦਿਆ ਦੇ ਅਭਿਮਾਨੀ ਲੋਕ ਜੋ ਪੰਡਤ ਅਖਵਾਉਂਦੇ ਨੇ ਔਰ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਭਰਮਾਂ ਵਿੱਚ ਪਾਉਂਦੇ ਨੇ, ਨਾ ਉਹਨਾਂ ਦੇ ਆਪਣੇ ਅੰਦਰ ਕੋਈ ਪਰਮਾਤਮਾ ਲਈ ਸ਼ਰਧਾ ਹੈ ਤੇ ਨਾ ਉਹ ਲੋਕਾਂ ਦੇ ਅੰਦਰ ਸ਼ਰਧਾ ਰਹਿਣ ਦਿੰਦੇ। ਇਸ ਤਰ੍ਹਾਂ ਦੇ ਕਈ ਮਨੁੱਖ ਜਿਹੜੇ ਵਿਦਵਾਨ ਤੇ ਬਹੁਤ ਅਖਵਾਉਂਦੇ ਨੇ, ਪਰ ਉਹਨਾਂ ਦਾ ਅੰਦਰੋਂ ਪਰਮੇਸ਼ਵਰ ਪ੍ਰਤੀ ਕੋਈ ਭਰੋਸਾ ਨਹੀਂ ਹੈ। ਉਹ ਆਪ ਤੇ ਟੁੱਟੇ ਹੋਏ ਦੂਜਿਆਂ ਨੂੰ ਵੀ ਤੋੜਦੇ ਹਨ। ਮੈਂ ਹਮੇਸ਼ਾ ਇੱਕ ਪ੍ਰਮਾਣ ਦਿਆ ਕਰਦਾ ਕਿ ਕਿਸੇ ਵਿਦਵਾਨ ਪ੍ਰੋਫੈਸਰ ਨੇ ਕਹਿ ਦਿੱਤਾ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਪੇਚ ਇਸ ਦੇ ਖੋਲਣ ਲੱਗਿਆ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਬੀਬਾ, ਖੋਜੋਂ ਮੂਲ ਨ ਖੁੰਝੀ। ਲਾਈ ਲਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ। ਹੋ ਸਕਦਾ ਪ੍ਰੋਫੈਸਰ ਜੀ ਦਾ ਆਪਣਾ ਤਜਰਬਾ, ਉਹਨਾਂ ਦਾ ਅਨੁਭਵ, ਉਹਨਾਂ ਦੀ ਸੋਝੀ ਇੰਨੀ ਕੀ ਹੋਵੇ, ਪਰ ਜਿਨ੍ਹਾਂ ਨੇ ਪਰਮੇਸ਼ਵਰ ਦੀ ਹਸਤੀ ਨੂੰ ਜਾਣਿਆ, ਉਹ ਕਹਿੰਦੇ ਨੇ ਕਿਉਂ ਪ੍ਰੋਫੈਸਰ ਸਾਹਿਬ ਝੂਠ ਨਾ ਬੋਲੋ, ਲੋਕਾਂ ਨੂੰ ਐਵੇਂ ਭਰਮ ਚੱਕਰ ਵਿੱਚ ਨਾ ਪਾਓ। ਨਾ ਰੱਬ ਗੁੰਝਲਦਾਰ ਬੁਝਾਰਤ, ਨਾ ਰੱਬ ਗੋਰਖ ਧੰਦਾ। ਜਿੱਥੇ ਕੁਦਰਤ ਉੱਥੇ ਹੀ ਕਾਦਰ, ਕਦਰ ਨਾ ਜਾਣੇ ਬੰਦਾ। ਇਹ ਬੰਦੇ ਦੀਆਂ ਅੱਖਾਂ ਉੱਤੇ ਪੱਟੀ ਬੱਧੀ ਹੋਈ ਹੈ। ਇਹ ਉਸ ਪਰਮਾਤਮਾ ਦੀ ਹਸਤੀ ਨੂੰ ਜਾਣਨ ਲਈ ਤਿਆਰ ਨਹੀਂ, ਮੰਨਣ ਲਈ ਤਿਆਰ ਨਹੀਂ। ਐਸੀ ਕਿਹੜੀ ਜਗ੍ਹਾ ਹੈ ਜਿੱਥੇ ਪਰਮਾਤਮਾ ਨਹੀਂ ਹੈ? ਪਰਮਾਤਮਾ ਦੀ ਹਸਤੀ ਤੋਂ ਬਿਨਾਂ ਇਹ ਸੰਸਾਰ ਕਿਵੇਂ ਚੱਲ ਸਕਦਾ? ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਨਾਨਕ ਤਿਸ ਬਲਿਹਾਰ ਨੇ, ਜਲ ਥਲ ਮਈਲ ਸੋਏ। ਆਖਿਆ ਉਹ ਪਰਮਾਤਮਾ ਜੋ ਸਾਰੇ ਕਾਰਨਾਂ ਦੇ ਕਰਨ ਵਾਲਾ, ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ। ਉਹ ਪਰਮਾਤਮਾ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਧਰਤੀ ਵਿੱਚ ਵੀ ਹੈ, ਆਕਾਸ਼ ਵਿੱਚ। ਤੋ ਜਿਨ੍ਹਾਂ ਨੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਿਆ, ਉਹ ਫਿਰ ਪੁਕਾਰ ਪੁਕਾਰ ਕੇ ਕਹਿੰਦੇ ਹਨ, ਕਹੋ ਰੇ ਪੰਡਿਤ ਅੰਬਰ ਕਾ ਸਿਉਂ ਲਾਗਾ। ਇੱਥੇ ਪੰਡਿਤ ਸੰਬੋਧਨ ਹੈ, ਕਿਉਂਕਿ ਪੰਡਿਤ ਦਾ ਤੱਤਾ ਮੁਕਤਾ ਹੈ, ਨਾਲ ਰੇ ਵੀ ਆਇਆ। ਕਹੋ ਰੇ ਪੰਡਿਤ, ਹੇ ਪੰਡਿਤ ਤੂੰ ਦੱਸਣਾ ਕਰ। ਠੀਕ ਹੈ, ਤੂੰ ਰੱਬ ਦੀ ਹਸਤੀ ਨੂੰ ਨਹੀਂ ਮੰਨਦਾ, ਤੂੰ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਭਰਮ ਜਾਲ ਪਾਉਂਦਾ ਹੈ, ਪਰ ਤੂੰ ਮੇਰੇ ਇਸ ਸਵਾਲ ਦਾ ਜਵਾਬ ਦੇ। ਕਹੋ ਰੇ ਪੰਡਿਤ ਅੰਬਰ ਕਾ ਸਿਉਂ ਲਾਗਾ। ਇਹ ਜਿਹੜਾ ਆਸਮਾਨ ਹੈ,
ਇਹ ਗਗਨ ਹੈ, ਆਕਾਸ਼ ਹੈ, ਇਹ ਕਿਹਦੇ ਨਾਲ ਲੱਗਾ ਹੋਇਆ? ਭਾਵ ਇਹ ਕਿਸ ਤੇ ਆਸਰੇ ਖੜਾ, ਇਹਨੂੰ ਕਿਹਦੀ ਸਪੋਰਟ ਹੈ? ਆਖਰ ਏਡਾ ਵੱਡਾ ਅਸਮਾਨ ਕਿਹਦੀ ਸਪੋਰਟ ਨਾਲ ਖੜਾ? ਅਸੀਂ ਛੋਟਾ ਜਿਹਾ ਇੱਕ ਮਕਾਨ ਦਾ ਲੈਂਟਰ ਪਾਉਣਾ ਹੋਵੇ, 4 ਦੀਵਾਰਾਂ ਬਣਾਉਂਦੇ ਹਾਂ, ਵੱਡਾ ਲੈਂਟਰ ਹੋਵੇ ਨਾਲ ਥੰਬੇ ਵੀ ਖੜੇ ਕਰਦੇ ਤਾਂ ਜਾ ਕੇ ਉਹ ਲੈਂਟਰ ਟਿਕਦਾ ਹੈ। ਪਰ ਜਿਹੜਾ ਪਰਮੇਸ਼ਵਰ ਨੇ ਲੈਂਟਰ ਪਾਇਆ ਆਕਾਸ਼ ਦਾ, ਇਹ ਕਿਹੜੇ ਪਿਲਰ ਦੇ ਆਸਰੇ ਖੜਾ? ਇਹ ਤਾਂ ਬਿਨ ਥੰਮਾ ਗਗਨ ਰਹਾਇਂਦਾ, ਸਾਰਾ ਆਕਾਸ਼ ਜਿਹੜਾ ਹੈ ਉਹ ਬਿਨਾਂ ਥੰਮਾਂ ਤੋਂ ਠਹਿਰਿਆ ਹੋਇਆ। ਦੁਨੀਆ ਦੇ ਕਿਸੇ ਕੋਨੇ ਵਿੱਚ ਚਲੇ ਜਾਓ, ਕਦੇ ਤੁਸੀਂ ਕੋਈ ਥੰਮਲਾ, ਕੋਈ ਪਿਲਰ ਨਹੀਂ ਦੇਖਿਆ ਹੋਵੇ ਕਿ ਜਿਹਦੇ ਆਸਰੇ ਇਹ ਅਸਮਾਨ ਖੜਾ। ਇੱਕ ਬਹੁਤ ਵੱਡਾ ਸਵਾਲ ਹੈ, ਕਹੋ ਰੇ ਪੰਡਿਤ ਅੰਬਰ ਕਾ ਸਿਉਂ ਲਾਗਾ। ਦੇਖੋ ਕਿੱਡਾ ਵੱਡਾ ਚੈਲੰਜ ਹੈ। ਸਾਇੰਸਦਾਨ ਬੜਾ ਕੁਝ ਲੱਭ ਰਹੇ, ਬੜਾ ਖੋਜ ਕਰ ਰਹੇ। ਮੈਂ ਤੇ ਕਹਿੰਦਾ ਠੀਕ ਹੈ, ਉਸ ਪਰਮਾਤਮਾ ਨੇ ਤੁਹਾਨੂੰ ਬੁੱਧੀ ਦਿੱਤੀ ਹੈ, ਖੋਜੀ ਜਾਓ, ਪਰ ਤੁਸੀਂ ਉਹਦਾ ਅੰਤ ਨਹੀਂ ਪਾ ਸਕਦੇ। ਰੋਜ਼ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੇ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਰਲਾਹੇ, ਤਾਕੇ ਅੰਤ ਨ ਪਾਏ ਜਾਏ। ਇਹ ਅੰਤ ਨ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵੱਡਾ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਆਖਿਆ ਜਿੱਡਾ ਵੱਡਾ ਉਹ ਪਰਮਾਤਮਾ ਹੈ, ਉਹ ਆਪ ਹੀ ਜਾਣਦਾ ਉਹ ਕਿਤਨਾ ਵੱਡਾ। ਹਾਂ, ਜਿਨ੍ਹਾਂ ਉੱਤੇ ਬਖਸ਼ਿਸ਼ ਹੋ ਜਾਏ ਉਹ ਜਾਣ ਵੀ ਜਾਂਦੇ ਹਨ, ਪਰ ਜਿਹੜੇ ਜਾਣ ਜਾਂਦੇ ਨੇ ਉਹਨਾਂ ਦੀ ਪਛਾਣ ਕੀ ਹੈ? ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਉਹ ਫਿਰ ਇਹੋ ਜਿਹੀਆਂ ਹੁਜਤਾਂ ਨਹੀਂ ਕਰਦਾ, ਉਹ ਤਾਂ ਹਰ ਵੇਲੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ, ਉਹਦੇ ਗੁਣ ਗਾਇਨ ਕਰਦੇ ਨੇ। ਤੋ ਗੱਲ ਕੀ ਭਗਤ ਜੀ ਨੇ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਅੰਦਰ ਇੱਕ ਸਵਾਲ ਅਰਾਈਜ਼ ਕੀਤਾ, ਕਹੋ ਰੇ ਪੰਡਿਤ ਅੰਬਰ ਕਾ ਸਿਉਂ ਲਾਗਾ। ਆਖਰੀ ਅਰਥ ਤੁਹਾਨੂੰ ਮੈਨੂੰ ਸਾਰਿਆਂ ਨੂੰ ਸਮਝਾ ਰਹੇ, ਪਰ ਜਿਸ ਦ੍ਰਿਸ਼ਟੀਕੋਣ ਨਾਲ ਭਗਤ ਜੀ ਨੇ ਸਵਾਲ ਕੀਤਾ, ਇਸ ਸਵਾਲ ਦਾ ਜਵਾਬ ਕੌਣ ਦੇ? ਫਿਰ ਆਪ ਹੀ ਕਹਿੰਦੇ ਨੇ, ਬੂਝੈ ਬੂਝਨ ਹਾਰ ਸੁਭਾਗਾ। ਇਹ ਗੱਲ ਕਿਸੇ ਵਿਰਲੇ ਨੂੰ ਸਮਝ ਆਉਂਦੀ, ਤੇ ਸਮਝ ਕਿਹਨੂੰ ਆਉਂਦੀ? ਜਿਹੜਾ ਸੁਭਾਗਾ, ਭਾਗਾਂ ਵਾਲਾ, ਜਿਹਦੇ ਬਹੁਤ ਉੱਚੇ ਭਾਗ ਹਨ, ਉਹਨੂੰ ਸਮਝ ਆ ਜਾਂਦੀ। ਜਿਹਨੂੰ ਸਮਝ ਆ ਜਾਂਦੀ ਹੈ ਉਹ ਫਿਰ ਇੱਕੋ ਹੀ ਗੱਲ ਕਹਿੰਦਾ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ। ਹੇ ਵਾਹਿਗੁਰੂ, ਤੇਰੀ ਗਤ ਮਿਤ ਤੂੰ ਹੀ ਜਾਣਦਾ, ਅਸੀਂ ਕੀ ਜਾਣ ਸਕਦੇ? ਮੈਂ ਕਲਗੀਆਂ ਵਾਲੇ ਪਾਤਸ਼ਾਹ ਦਾ ਇੱਕ ਬਚਨ ਪੜ੍ਹਿਆ, ਜਿਸ ਵਿੱਚ ਮਹਾਰਾਜ ਨੇ ਕਾਗਦ ਦੀਪ ਸਭੈ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕਹਿ ਹੂੰ। ਸ਼ਾਇਦ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦਾ ਕਹਿੰਦੇ, ਕਾਗਦ ਦੀਪ ਸਭੈ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕਹਿ ਹੂੰ।
काट बनास्पति सगरी, लिखबे हूँ को लेखन काज बने हूँ। सारस्वती बकता करके, आख्या कई सरस्वतियाँ इकट्ठियाँ कर, कई गणेश इकट्ठे करके मैं लिखण का यतन करा, वाहिगुरु तेरी सिफत नहीं लिख सकता। जितनी तेरी समर्था है, जितनी तेरी पावर है, तू ही जान। मैं तुच्छ बुद्धि वाला की जान सकता। इसलिए हे पंडित, तू एवें लोकां नूं गुमराह ना कर। जे तैनू आप नूं नहीं पता ते तू लोकां नूं भी रब तो तोड़। हाँ, जे तू विद्वान है, जे तू सियाणा है, तो मैनू इस गल का जवाब दे। कहो रे पंडित, अंबर का स्यों लागा, बूझै बूझण हार सुभागा। आख्या ये गल उन्होंने समझ आवेगी जिहड़ा सुभागा है, भागा वाला, जिहदे भाग जाग पे। फिर भगत जी आरंभ विच पहली पंक्ति विच कहंदे ने, ओए जो दिसै अंबर तारे। ओए जे एक होवे तां ओ, जे बहुते होण तां ओए। ओए जो दिसै अंबर तारे, अंबर दे रारे नूं सियारी है। देखो, कौरे पंडित अंबर का स्यों लागा, उत्थे अंबर दे रारे नूं औंकड़ है, वो नाउन है। इत्थे अंबर दे रारे नूं सियारी है, पर ये सियारी अर्थां वास्ते, इनू असीं उचार नहीं कर सकते। आख्या मैनू ये दस, ओए जो दिसै अंबर तारे, वो आसमान में जिहड़े तारे नज़र आ रहे ने, तैनू भी आ रहे ने, मैनू भी आ रहे। किन ओए चीते चीतन हारे, ये दस वो किहड़े चित्रकार ने चितरे हैं। ये तारे छोटे वड्डे किसने बनाए ने। साध संगत, गल ते बड़ी वजनदार है। बाणी विच पातशाह ने फरमाया है, चित्र बचित्र ये है अवझेरा। इस संसार का चित्र जिहड़ा है, इनू देख के असीं कहने बड़ा बचित्र है। ये आम लोगों में उलझन है कि चित्र बचित्र ये है अवझेरा, ताज चित्र है चित्र राख चतेरा। आख्या चित्र की पूजा छड्डो, चित्रकार वल वेखो, जिसने सोहनी चित्रकारी बनाई। साडी कमजोरी है, असी किसी की सुंदरता वेख के, किसी का रंग रूप देख के, किसी के नैन नक्श देख के उहदियां सिफतां दे पुल बन्नी जाने। पर जिसने ये सुंदरता बख्शी है, उहदे वल साडा ध्यान नहीं। पर गुरबाणी कहती ना भाई, उस चित्रकार वल वेखो, वो कितना सुंदर है। ओए जो दिसै अंबर तारे, वो जिहड़े तारे अंबर विच नज़र आ रहे ने। किन ओए चीते चीतन हारे, वो किहड़ा चित्रकार है जिसने आसमान विच तारे चितरे। कौरे पंडित अंबर का स्यों लागा, बूझै बूझन हार सुभागा रहाओ। फिर दूजे पद विच कहते ने, हे पंडित, सूरज चंद करें उजियारा। ये सूरज ते चंद्रमा जिहड़े सारे संसार विच उजियारा करते, रोशनी करते हैं। कदे तू सोचा इस सूरज विच रोशनी किसने दिती, ये चंद्रमा विच चाननी किसने दिती है। तू इन्हां गल्लां नूं विचारन तो असमर्थ, और तू लोकां नूं होर होर भरमां विच पा के, किधरे जातां विच, किधरे पातां विच, किधरे वर्ण वंड विच कई तरह के भरम पैदा कर रहे। उस ब्रह्म नूं तू जानन दा यतन ही नहीं कर।
सूरज चंद करें उजियारा। जिस परमात्मा की हस्ती दे नाल ये सूरज ते चंद्रमा उजियारा कर रहे हैं, यही गल गुरु नानक देव पातशाह ने जगन्नाथपुरी के मंदिर भी जाके समझाई, जिथे शरधावान बड़ी शरधा नाल जाके ठाकुरां की आरती करते हैं। गुरु नानक देव पातशाह भी उत्थे पहुंचे, पर जदों आरती का समा होया ते मंदिर की कंध नाल ढासना ला के बैठे रहे। आरती हो गई, सारे पांडे सारे श्रद्धालु इकट्ठे होके आ गए। तुसी कैसे यात्रु हो, तुसी ठाकुर जी की आरती भी शामिल नहीं होए। गुरु नानक पातशाह बड़े धीरज नाल कहन लगे, प्यारिओ मेरा ठाकुर बहुत वड्डा, तुहाडी आरती बहुत छोटी है। वड्डे ठाकुर की छोटी आरती करनी ये उहदी तौहीन है, ये उहदी बेदबी है। वो बड़े हैरान होए, कहन लगे तुहाडा ठाकुर किहड़ा है, उहदी आरती किहड़ी है। उदों गुरु नानक पातशाह ने शब्द उचारे, गगन में थाल रवचंद दीपक बने, तारिका मंडल जनक मोती, धूप मल आन लो, पवन चवरो करे, सगल बन राय फूलंत ज्योति। कैसी आरती होए भव खंडना तेरी आरती, अनहता शब्द वाजंत भेरी रहो, सहस तब नैन नन नैन है तोहे को, सहस मूर्त नना एक तोई, सहस पद बिमल नन एक पद गंध बिन। मैं हैरान होना, कई बारी कई गुरु घरां विच भी कुछ इस तरह के लोग आ गए ने ਜਿਹੜੇ ਮੂੰਹ ਤੇ ਪੜਦੇ ਨੇ ਗगनमय थाल ਤੇ ਹੱਥ ਵਿੱਚ ਛੋਟੀ ਜੀ ਥਾਲੀ ਫੜ ਲੈਂਦੇ ਨੇ। ਮੂੰਹੋਂ ਤੇ ਪੜਦੇ ਨੇ ਚੰਦ ਸੂਰਜ ਦੀਪਕ ਨੇ, ਪਰ ਥਾਲੀ ਵਿੱਚ ਛੋਟੇ ਛੋਟੇ ਦੀਵੇ ਜਗਾ ਲੈਂਦੇ ਨੇ। ਇਹ ਤਾਂ ਗੁਰਬਾਣੀ ਦਾ ਸਗੋਂ ਅਨਾਦਰ ਕਰ ਰਹੇ। ਭਗਤ ਜੀ ਕੀ ਕਹਿ ਰਹੇ ਨੇ, हे ਪੰਡਤ ਉਸ ਪਰਮਾਤਮਾ ਨੂੰ ਜਾਣਨਾ ਕਰ, जिस परमात्मा ने ये एडा वड्डा आसमान बनाया, जिस परमात्मा ने सूरज ते चंद्रमा बनाए ने, जिस परमात्मा ने ये तारे चितरे ने। कहो रे पंडित अंबर का स्यों लागा, बूझै बूझन हार सुभागा रहाओ, सूरज चंद करें उजियारा, सब में पसरिया ब्रह्म पसारा। हर जगह ते उस ब्रह्म का पसारा। इसलिए पातशाह ने ब्रह्म दी सह ब्रह्म सुनिए, एक एक वखाणी है, आत्म पसारा करनहारा। आख्या वो परमात्मा ही है जिसका पसारा है, ते जिहदी शक्ति दे नाल ये सारा संसार चल रहा है। सूरज रोशनी दे रहा, चंद्रमा चाननी दे रहा, ये सब उसकी शक्ति। इसलिए उस परमात्मा की शक्ति संबंधी कोई शंका ना पैदा कर। फिर भगत जी ने एक फैसला किया, कहो कबीर जानेगा सोए। कबीर जी कहते ने ये गल उसनूं समझ आवेगी, ਉਹਦੇ अनुभव ਵਿੱਚ आएगी, वो इस गल नूं जान लेगा। हिरदय राम मुख रामੈ होए। हिरदय दे ददे नूं दो नामां ने, राम मुख रामੈ होए, मुख दे खखे नूं सियारी, जिहदे हिरदे विच भी परमात्मा, जिहदे मूँह विच भी परमात्मा। इस लिए पातशाह ने ब्रह्म ਗਿਆਨੀ ਦੇ ਜਦੋਂ ਲੱਛਣ ਦੱਸੇ ਹਨ, आख्या मन साचा मुख साचा सोए, अवर न पेखै एकस बिन कोय, नानक ए लक्षण ब्रह्म ज्ञानी होए। भगतां ने पुकार पुकार के कहा,
हे लोको परम ਦਾ ਸ਼ਿਕਾਰ ਨਾ ਹੋ, ਲੋਗਾ ਭਰਮ ਨਾ ਭੂਲੋ ਪਾਈ, खालक खलक खलक में खालक, पूर रहो सब ठाई, अव्वल अल्लाह नूर उपाया, कुदरत के सब बंदे, एक नूर ते सब जग उपजया, कौन भले को मंदे, लोगा परम न भूलो पाई, खालक खलक खलक में खालक, पूर रहो सब ठाई, माटी एक अनेक भांत कर, साजी साजन हारै, ना कछ पोच माटी के भांडे, ना कछ पोच कुम्हारे, सब में एको सच्चा सोई। सारियां विचों एक परमात्मा है और उस परमात्मा दे हुक्म तो बिना कुछ भी नहीं हो सकता। इसलिए भगत जी साडा भुलेखा दूर कर दें और इहो जे पंडितां नूं, इहो जे विद्वानां नूं ਜਿਹੜੇ ਲੋਕਾਂ ਨੂੰ ਭਰਮਾਂ ਵਿੱਚ ਪਾਉਂਦੇ ਨੇ, ਜ਼ਾਤਾਂ ਪਾਤਾਂ ਵਿੱਚ ਵੰਡਦੇ ਨੇ, ਊਚ ਨੀਚ ਵਿੱਚ ਵੰਡਦੇ ਨੇ, ਉਹਨਾਂ ਨੂੰ ਐਸਾ ਨਿਰੁੱਤਰ ਕੀਤਾ। ਭਗਤ ਜੀ ਨੇ ਆਖਿਆ ਕੌਰੇ ਪੰਡਤ ਅੰਬਰ ਕਾਸਿਓਂ ਲੱਗ, ਜੇ ਤੂੰ ਇਹਨਾਂ ਭਰਮਾਂ ਵਿੱਚ ਫਸਿਆ, ਤੂੰ ਮੈਨੂੰ ਇਸ ਗੱਲ ਦਾ ਜਵਾਬ ਦੇ ਕਿ ਇਹ ਅਸਮਾਨ ਕਿਹਦੇ ਆਸਰੇ ਖੜਾ। ਬੂਝੈ ਬੂਝਣ ਹਾਰ ਸੁਭਾਗਾ, ਇਹ ਗੱਲ ਉਹਨਾਂ ਨੂੰ ਸਮਝ ਆਵੇਗੀ ਜਿਨ੍ਹਾਂ ਦੇ ਭਾਗ ਬਹੁਤ ਚੰਗੇ ਹੋਣਗੇ, ਅਤੇ ਜਿਨ੍ਹਾਂ ਦੇ ਭਾਗ ਚੰਗੇ ਹੋਣਗੇ ਉਹਨਾਂ ਦੀ ਪਛਾਣ ਇਹ ਹੈ ਕਿ ਹਿਰਦੈ ਰਾਮ ਮੁਖ ਰਾਮੈ ਹੋਏ। ਉਹ ਫਿਰ ਹਰ ਵੇਲੇ ਪਰਮਾਤਮਾ ਦਾ ਸਿਮਰਨ ਕਰਨਗੇ, ਉਹਨੂੰ ਯਾਦ ਕਰਨਗੇ। ਉਹ ਇਹੋ ਜਿਹੇ ਕਿੰਤੂ ਪਰੰਤੂ ਨੁਕਤਾ ਚੀਨੀਆਂ ਨਹੀਂ ਕਰਨਗੇ। ਉਹਨਾਂ ਨੇ ਤੇ ਪੁਕਾਰ ਕੇ ਕਿਹਾ ਜਾਂ ਜਾਂ ਪੇਖੋ ਤਾਂ ਹਜੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਆਖਿਆ ਉਹ ਪਰਮਾਤਮਾ ਸਭ ਜਗ੍ਹਾ 'ਤੇ ਵਿਆਪਕ ਹੈ। ਸੰਤੋ ਘਟ ਘਟ ਰਿਹਾ ਸਮਾਇਓ, ਪੂਰਨ ਪੂਰ ਰਹੋ ਸਰਬ ਮੈਂ, ਜਲ ਥਲ ਰਮਈਆ ਆਇਓ। ਕੋਈ ਐਸੀ ਜਗ੍ਹਾ ਹੈ ਨਹੀਂ ਜਿੱਥੇ ਉਹ ਪਰਮਾਤਮਾ ਨਹੀਂ ਹੈਗਾ। ਇਹ ਸ਼ਬਦ ਆਪਾਂ ਯਾਦ ਵੀ ਕਰੀਏ, ਸ਼ਬਦ ਦੀ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਔਰ ਇਹਨਾਂ ਭਰਮ ਪਾਉਣ ਵਾਲੇ ਲੋਕਾਂ ਤੋਂ ਬਚੀਏ। ਅਤੇ ਉਹ ਪਰਮਾਤਮਾ ਜਿਹੜਾ ਹਰ ਜ਼ਰੇ ਜ਼ਰੇ ਵਿੱਚ ਹੈ, ਜਲ ਥਲ ਮਈਲ ਪੂਰਿਆ, ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਉਹਨੂੰ ਹਰ ਵੇਲੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਯਾਦ ਕਰੀਏ ਔਰ ਉਸ ਦੀ ਸ਼ਕਤੀ ਨੂੰ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।